ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ। ਲਾਸਟ ਵੀਡੀਓ ਵਿੱਚ ਆਪਾਂ ਅਰਿਥਮੈਟਿਕ ਪ੍ਰੋਗਰੈਸ਼ਨਸ ਯਾਨੀ ਅੰਕ ਗਣਿਤਕ ਲੜੀਆਂ ਬਾਰੇ ਪੜ੍ਹਿਆ ਸੀ। ਅੱਜ ਆਪਾਂ ਦੋ ਘਾਤੀ ਸਮੀਕਰਨਾਂ ਯਾਨੀ ਕੁਆਡਰੇਟਿਕ ਇਕੁਏਸ਼ਨਸ ਦੇ ਬਾਰੇ ਪੜ੍ਹਾਂਗੇ। ਇਸ ਤੋਂ ਪਹਿਲਾਂ ਆਪਾਂ ਇੱਕ ਵੀਡੀਓ ਪੇਅਰ ਆਫ ਲੀਨੀਅਰ ਇਕੁਏਸ਼ਨਸ ਕਰ ਚੁੱਕੇ ਹਾਂ। ਤਾਂ ਉਹਦੇ ਵਿੱਚ ਆਪਾਂ ਦੇਖਿਆ ਸੀ ਕਿ ਜੋ ਰੇਖਿਕ ਸਮੀਕਰਨ ਹੈ ਯਾਨੀ ਲੀਨੀਅਰ ਇਕੁਏਸ਼ਨ ਉਹ ਕੀ ਹੁੰਦੀ ਹੈ। ਅੱਜ ਦਾ ਜੋ ਟੌਪਿਕ ਆਪਣਾ ਇਹਦੇ ਵਿੱਚ ਆਪਾਂ ਦੇਖਣਾ ਹੈ ਕਿ ਦੋ ਘਾਤੀ ਸਮੀਕਰਨਾਂ ਯਾਨੀ ਕੁਆਡਰੇਟਿਕ ਇਕੁਏਸ਼ਨਸ ਕੀ ਹੁੰਦੀਆਂ। ਜਿਵੇਂ ਆਪਾਂ ਉਹਦੇ ਵਿੱਚ ਗੱਲ ਕੀਤੀ ਸੀ ਕਿ ਰੇਖੀ ਸਮੀਕਰਨਾਂ ਉਹ ਹੁੰਦੀਆਂ ਜਿਹਦੇ ਵਿੱਚ ਕੀ ਹੈ, ਚੱਲ ਦੀ ਘਾਤ ਹੈ ਜਿਹੜੀ ਉਹ 1 ਹੁੰਦੀ ਹੈ, ਯਾਨੀ ਵੇਰੀਏਬਲ ਹੈ ਉਹਦੀ ਪਾਵਰ ਹਾਈਐਸਟ ਆਪਣੇ ਕੋਲੇ 1 ਹੁੰਦੀ ਹੈ। ਤੇ ਜੋ ਸਾਡੇ ਕੋਲੇ ਕੁਆਡਰੇਟਿਕ ਇਕੁਏਸ਼ਨਸ ਹੈਗੀਆਂ ਇਹਨਾਂ ਦੇ ਵਿੱਚ ਜਿਹੜਾ ਵੇਰੀਏਬਲ ਹੈ ਯਾਨੀ ਚੱਲ ਹੈ ਉਹਦੀ ਜੋ ਹਾਈਐਸਟ ਪਾਵਰ ਹੈ ਉਹ 2 ਹੁੰਦੀ ਹੈ। ਜਿਵੇਂ ਆਪਣੇ ਕੋਲੇ ਇੱਕ ਸਟੈਂਡਰਡ ਇਕੁਏਸ਼ਨ ਹੈ ਤਾਂ ਇਹ ਆਪਣੇ ਕੋਲੇ ਇੱਕ ਸਟੈਂਡਰਡ ਦੋ ਘਾਤੀ ਸਮੀਕਰਨ ਹੈ। ਇਹਦੇ ਵਿੱਚ ਦੇਖੋ ਜੋ x ਵੇਰੀਏਬਲ ਹੈ ਇਹਦੀ ਜੋ ਹਾਈਐਸਟ ਪਾਵਰ ਹੈ ਉਹ ਸਾਡੇ ਕੋਲੇ 2 ਹੈ ਔਰ ਅਸੀਂ ਨਾਲ ਲਿਖਿਆ ਕਿ a ਦੀ ਵੈਲਿਊ 0 ਹੈ ਜਿਹੜੀ ਉਹ ਨਹੀਂ ਹੋਣੀ ਚਾਹੀਦੀ, ਕਿਉਂਕਿ ਜੇਕਰ a ਦੀ ਵੈਲਿਊ 0 ਹੋ ਗਈ ਤਾਂ 0 × x² ਕਰਾਂਗੇ ਤਾਂ ਉਹ ਸਾਡੇ ਕੋਲੇ 0 ਹੀ ਹੋ ਜਾਊਗਾ ਔਰ ਸਾਡੀ ਜੋ ਇਕੁਏਸ਼ਨ ਆ ਉਹ ਕੀ ਰਹਿ ਜਾਏਗੀ bx + c। ਔਰ bx + c ਦੇ ਵਿੱਚ ਜੋ ਵੇਰੀਏਬਲ ਹੈ ਉਹਦੀ ਪਾਵਰ ਵੱਧ ਤੋਂ ਵੱਧ 1 ਹੈ, ਇਸ ਕਰਕੇ ਇਹ ਫਿਰ ਸਾਡੀ ਰੇਖੀ ਸਮੀਕਰਨ ਹੈ ਜਿਹੜੀ ਉਹ ਰਹਿ ਜੂਗੀ। ਤਾਂ ਹੀ ਅਸੀਂ ਲਿਖਿਆ ਕਿ ਅਗਰ ਸਾਡੇ ਕੋਲੇ ਇਹ ਦੋ ਘਾਤੀ ਸਮੀਕਰਨ ਹੈ ਤਾਂ ਇਹਦੇ ਵਿੱਚ ਜੋ a ਹੈਗਾ ਉਹਦੀ ਵੈਲਿਊ 0 ਨਹੀਂ ਹੋਣੀ ਚਾਹੀਦੀ। ਇਸ ਕਰਕੇ ਆਪਾਂ ਯਾਦ ਰੱਖਣਾ ਹੈ ਕਿ ਜਿਹੜੀ ਸਮੀਕਰਨ ਦੇ ਵਿੱਚ ਵੇਰੀਏਬਲ ਦੀ ਵੱਡੀ ਤੋਂ ਵੱਡੀ ਪਾਵਰ 2 ਹੋਊਗੀ ਉਹਨੂੰ ਆਪਾਂ ਦੋ ਘਾਤੀ ਸਮੀਕਰਨ ਜਿਹੜੀ ਉਹ ਕਵਾਂਗੇ। ਹੁਣ ਆਪਾਂ ਕੁਝ ਸਵਾਲ ਕਰਦੇ ਹਾਂ ਜਿਨ੍ਹਾਂ ਵਿੱਚ ਪੁੱਛਿਆ ਜਾਊਗਾ ਆਪਣੇ ਤੋਂ ਵੀ ਦੱਸੋ ਜੋ ਸਮੀਕਰਨ ਦਿੱਤੀ ਹੋਈ ਹੈ ਉਹ ਦੋ ਘਾਤੀ ਯਾਨੀ ਕੁਆਡਰੇਟਿਕ ਇਕੁਏਸ਼ਨ ਹੈ ਕਿ ਨਹੀਂ। ਤਾਂ ਆਪਾਂ ਦੇਖੋ ਉਹ ਜਿਹੇ ਸਵਾਲਾਂ ਨੂੰ ਕਿਵੇਂ ਸੋਲਵ ਕਰਨਾ ਹੈ। ਤਾਂ ਫਸਟ ਸਟੇਟਮੈਂਟ ਹੈ ਸਾਡੇ ਕੋਲ, ਜਿਵੇਂ ਹੁਣ ਸਾਡੇ ਕੋਲ ਇਹ ਵਾਲੀ ਸਟੇਟਮੈਂਟ ਹੈ ਔਰ ਅਸੀਂ ਦੱਸਣਾ ਹੈ ਕਿ ਜੋ ਇਹ ਸਾਨੂੰ ਇਕੁਏਸ਼ਨ ਦਿੱਤੀ ਹੋਈ ਹੈ ਇਹ ਦੋ ਘਾਤੀ ਹੈ ਜਾਂ ਨਹੀਂ। ਤਾਂ ਅਸੀਂ ਇਹਨੂੰ ਕਿਵੇਂ ਚੈੱਕ ਕਰਾਂਗੇ। ਤਾਂ ਦੇਖੋ ਇਹ ਹੈ ਸਾਡੇ ਕੋਲੇ a + b ਦੀ ਸਕੁਏਅਰ। ਤਾਂ ਇਹਦਾ ਸਾਡੇ ਕੋਲੇ ਫਾਰਮੂਲਾ ਹੁੰਦਾ ਹੈ a² + b² + 2 × a × b। ਔਰ ਇੱਧਰ ਅਸੀਂ ਇਹਨਾਂ ਦੀ ਮਲਟੀਪਲਾਈ ਕਿਵੇਂ ਕਰਨੀ ਹੈ, ਪਹਿਲਾਂ x ਦੀ x ਨਾਲ ਕਰਾਂਗੇ x², ਫਿਰ x ਦੀ ਅਸੀਂ ਕਰਾਂਗੇ -3 ਨਾਲ ਤਾਂ ਹੋ ਜਾਊਗਾ -3x, ਫਿਰ 1 ਦੀ ਕਰਾਂਗੇ x ਨਾਲ ਇਹ ਹੋ ਜਾਊਗਾ ਪਲੱਸ ਦਾ x, ਔਰ 1 ਦੀ ਕਰਾਂਗੇ -3 ਨਾਲ ਤਾਂ -3 ਆ ਜੂ। ਔਰ ਬਰਾਬਰ ਦੇ ਵਿੱਚ ਅਗਰ ਦੋਨੋਂ ਪਾਸੇ ਇੱਕੋ ਜਿਹੀਆਂ ਸਾਈਨ ਵਾਲੀਆਂ ਰਕਮਾਂ ਪਈਆਂ ਹੋਈਆਂ ਤਾਂ ਅਸੀਂ ਉਹਨਾਂ ਨੂੰ ਕੈਂਸਲ ਕਰ ਸਕਦੇ ਹਾਂ। ਤਾਂ x² ਦੇ ਨਾਲ x² ਹੈ ਜਿਹੜਾ ਉਹ ਕੈਂਸਲ ਹੋ ਜਾਊਗਾ। ਤਾਂ ਅਸੀਂ ਡਾਇਰੈਕਟਲੀ ਇੱਥੋਂ ਚੈੱਕ ਕਰ ਸਕਦੇ ਹਾਂ ਕਿ ਜੇ ਇਹ ਰਕਮ ਕੈਂਸਲ ਹੋ ਜਾਂਦੀ ਹੈ ਤਾਂ ਇੱਥੇ ਵੀ ਸਾਡੇ ਕੋਲੇ ਜੋ x ਦੀ ਪਾਵਰ 2 ਵਾਲੀ ਕੋਈ ਵੀ ਰਕਮ ਹੈ ਨਹੀਂ ਔਰ ਇੱਧਰਲੇ ਪਾਸੇ ਵੀ ਕੋਈ ਵੀ ਪਾਵਰ 2 ਵਾਲੀ ਰਕਮ ਨਹੀਂ ਹੈ। ਤਾਂ ਅਸੀਂ ਡਾਇਰੈਕਟਲੀ ਦੱਸ ਸਕਦੇ ਹਾਂ ਕਿ ਇਹ ਦੋ ਘਾਤੀ ਸਮੀਕਰਨ ਨਹੀਂ ਹੈ। ਜਿਵੇਂ ਸਾਡੇ ਕੋਲ ਇਹ ਇੱਕ ਸਵਾਲ ਹੋਰ ਹੈ ਤਾਂ ਅਸੀਂ ਇਹਨੂੰ ਕਿਵੇਂ ਕਰਾਂਗੇ, ਇੱਧਰ ਵਾਲੀ ਰਕਮ ਅਸੀਂ ਇਸੇ ਤਰ੍ਹਾਂ ਲਿਖ ਲਾਂਗੇ x² + 5x, 2 ਨੂੰ ਅੰਦਰ ਮਲਟੀਪਲਾਈ ਕਰ ਦਾਂਗੇ ਤਾਂ ਇਹ ਹੋ ਜਾਊਗਾ 2x + 6। ਹੁਣ ਅਸੀਂ ਇਹ ਦੋਨੋਂ ਰਕਮਾਂ ਨੂੰ ਇੱਧਰ ਸ਼ਿਫਟ ਕਰ ਦਾਂਗੇ ਤਾਂ ਇਹ ਸਾਡੇ ਕੋਲੇ ਹੋ ਜਾਊਗਾ x² + 5x - 2x - 6 = 0। ਤਾਂ ਇਹ ਸਾਡੇ ਕੋਲੇ ਹੋ ਜਾਊਗਾ x², 5x ਦੇ ਵਿੱਚੋਂ 2x ਘਟਾਵਾਂਗੇ ਤਾਂ 3x - 6 = 0। ਤਾਂ ਇਹਦੇ ਵਿੱਚ ਹੁਣ ਸਾਡੇ ਕੋਲੇ ਜੋ ਵੇਰੀਏਬਲ ਹੈ ਉਹਦੀ ਹਾਈਐਸਟ ਪਾਵਰ 2 ਹੈ, ਇਸ ਕਰਕੇ ਜੋ ਇਹ ਇਕੁਏਸ਼ਨ ਦਿੱਤੀ ਹੋਈ ਹੈ ਸਾਨੂੰ ਇਹ ਦੋ ਘਾਤੀ ਹੈਗੀ ਹੈ। ਤਾਂ ਇਸ ਤਰ੍ਹਾਂ ਅਸੀਂ ਇਹਨਾਂ ਨੂੰ ਚੈੱਕ ਕਰ ਸਕਦੇ ਹਾਂ ਵੀ ਕਿਹੜੀ ਇਕੁਏਸ਼ਨ ਹੈ ਜਿਹੜੀ ਕੁਆਡਰੇਟਿਕ ਹੈ ਔਰ ਕਿਹੜੀ ਨਹੀਂ ਹੈ। ਤਾਂ ਦੇਖੋ ਅਸੀਂ ਹੁਣੇ ਲਿਖਿਆ ਸੀ ਕਿ ਇਹ ਸਾਡੇ ਕੋਲੇ ਕੀ ਹੈ, ਇੱਕ ਕੁਆਡਰੇਟਿਕ ਇਕੁਏਸ਼ਨ ਹੈ ਯਾਨੀ ਦੋ ਘਾਤੀ ਸਮੀਕਰਨ ਹੈ। ਤਾਂ ਹੁਣ ਇਹਨਾਂ ਸਮੀਕਰਨਾਂ ਨੂੰ ਸੋਲਵ ਕਿਵੇਂ ਕਰਦੇ ਆ, ਤਾਂ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜੋ ਬੇਬੀਲੋਨ ਦੇ ਵਾਸੀ ਸੀਗੇ ਉਹਨਾਂ ਨੇ ਇਹ ਜਿਹੀਆਂ ਇਕੁਏਸ਼ਨਾਂ ਨੂੰ ਸਭ ਤੋਂ ਪਹਿਲਾਂ ਸੋਲਵ ਕੀਤਾ ਸੀਗਾ। ਯਾਨੀ ਇਹਦਾ ਮਤਲਬ ਉਹਨਾਂ ਨੂੰ ਪਤਾ ਸੀ ਕਿ ਅਗਰ ਸਾਡੇ ਕੋਲੇ ਕੁਝ ਰਕਮਾਂ ਇੱਦਾਂ ਦੀਆਂ ਹੋਣ ਜਿਵੇਂ ਕੋਈ ਵੀ ਦੋ ਸੰਖਿਆਵਾਂ ਉਹਨਾਂ ਦਾ ਜੋੜ ਕੁਛ ਹੈਗਾ ਤੇ ਉਹਨਾਂ ਦੀ ਗੁਣਾ ਕੁਛ ਹੈਗੀ ਹੈ ਤਾਂ ਉਹ ਰਕਮਾਂ ਯਾਨੀ ਉਹਨਾਂ ਦੇ ਜਿਹੜੇ ਸੋਲਿਊਸ਼ਨ ਉਹ ਕੀ ਹੋਣਗੇ। ਬਾਅਦ ਵਿੱਚ ਆਪਣੇ ਭਾਰਤ ਦੇ ਪ੍ਰਸਿੱਧ ਵਿਗਿਆਨੀ ਹੋਏ ਆ ਬ੍ਰਹਮਗੁਪਤ,
ਉਹਨਾਂ ਨੇ ਵੀ ਦੋ ਘਾਤੀ ਸਮੀਕਰਨਾਂ ਨੂੰ ਸੋਲਵ ਕਰਨ ਦੇ ਬਾਰੇ ਦੱਸਿਆ। ਬ੍ਰਹਮਗੁਪਤ ਤੋਂ ਬਾਅਦ ਸ਼੍ਰੀਧਰਚਾਰਿਆ ਨੇ ਵੀ ਆਪਣਾ ਯੋਗਦਾਨ ਦਿੱਤਾ ਔਰ ਬਾਅਦ ਦੇ ਵਿੱਚ 1145 ਦੇ ਵਿੱਚ ਅਬਰਾਹਮ ਬਾਰਹੀਆ ਨਾਹਾਸੀ ਦੁਆਰਾ ਇੱਕ ਪੁਸਤਕ ਛਾਪੀ ਗਈ। ਉਸ ਪੁਸਤਕ ਦਾ ਨਾਮ ਹੈ ਲਿਬਰ ਇੰਬਾਡੋਰਮ। ਤਾਂ ਇਹਨਾਂ ਨੇ ਕੀ ਆਪਣੀ ਇਸ ਪੁਸਤਕ ਦੇ ਵਿੱਚ ਜਿਹੜੀਆਂ ਇਹ ਦੋ ਘਾਤੀ ਸਮੀਕਰਨਾਂ ਸੀ, ਇਹਨਾਂ ਸਮੀਕਰਨਾਂ ਦੇ ਪੂਰਨ ਰੂਪ ਵਿੱਚ ਵੱਖ-ਵੱਖ ਤਰ੍ਹਾਂ ਨਾਲ ਇਹਨਾਂ ਨੂੰ ਸੋਲਵ ਕਰਕੇ ਇਹਨਾਂ ਨੇ ਦਿਖਾਇਆ। ਤਾਂ ਹੁਣ ਇਹਨਾਂ ਦੋ ਘਾਤੀ ਸਮੀਕਰਨਾਂ ਨੂੰ ਕਿਹੜੇ-ਕਿਹੜੇ ਤਰੀਕੇ ਨਾਲ ਸੋਲਵ ਕਰਦੇ ਹਾਂ, ਆਪਾਂ ਉਹਨਾਂ ਦੇ ਬਾਰੇ ਪੜ੍ਹਦੇ ਹਾਂ। ਤਾਂ ਸਭ ਤੋਂ ਪਹਿਲਾ ਤਰੀਕਾ ਹੈ ਅਭਾਜ ਗੁਣਨਖੰਡ ਵਿਧੀ। ਇਹਨੂੰ ਅਸੀਂ ਪ੍ਰਾਈਮ ਫੈਕਟਰਾਈਜੇਸ਼ਨ ਮੈਥਡ ਵੀ ਕਹਿ ਦਿੰਦੇ ਹਾਂ। ਜਿਵੇਂ ਇਹ ਸਾਡੇ ਕੋਲ ਇੱਕ ਸਮ ਹੈ ਔਰ ਅਸੀਂ ਇਹਨੂੰ ਸੋਲਵ ਕਰਕੇ ਦੱਸਣਾ ਹੈ ਕਿ ਇਹਦਾ ਜੋ ਸੋਲਿਊਸ਼ਨ ਆ ਉਹ ਕੀ ਹੋਊਗਾ। ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਹੈ, ਜਦੋਂ ਸਾਡੇ ਕੋਲ ਇਹ ਜਿਹਾ ਸਵਾਲ ਆਊਗਾ ਤਾਂ ਅਸੀਂ ਉਹਨੂੰ ਸਟੈਂਡਰਡ ਫਾਰਮ ਦੇ ਵਿੱਚ ਲਿਖਾਂਗੇ। ਸਟੈਂਡਰਡ ਫਾਰਮ ਯਾਨੀ ਪਹਿਲਾਂ ਅਸੀਂ ਲਿਖਾਂਗੇ x ਸਕੁਅਰ ਵਾਲੀ ਰਕਮ, ਫਿਰ ਅਸੀਂ ਲਿਖਾਂਗੇ x ਵਾਲੀ ਰਕਮ, ਫਿਰ ਬਿਨਾ x ਤੋਂ। ਹੁਣ ਅਗਰ ਅਸੀਂ ਇਹਦੇ ਵਿੱਚ ਦੇਖੀਏ ਤਾਂ ਸਾਡੇ ਕੋਲੇ ਜੋ x ਵਾਲੀ ਰਕਮ ਹੈ ਉਹ ਸਭ ਤੋਂ ਪਿੱਛੇ ਦਿੱਤੀ ਹੋਈ ਹੈ। ਤਾਂ ਅਸੀਂ ਕੀ ਕਰਾਂਗੇ, ਇਹਨੂੰ ਪਹਿਲਾਂ ਇਸ ਤਰ੍ਹਾਂ ਲਿਖਾਂਗੇ 6x ਸਕੁਅਰ ਮਾਈਨਸ x ਮਾਈਨਸ 2, ਯਾਨੀ ਜੋ ਇਹ x ਵਾਲੀ ਰਕਮ ਆ ਅਸੀਂ ਇਹਨੂੰ ਦੂਜੇ ਨੰਬਰ ਤੇ ਲਿਖ ਲਿਆ। ਕਈ ਵਾਰੀ ਇਸ ਤਰ੍ਹਾਂ ਵੀ ਹੋ ਸਕਦਾ ਹੈ ਵੀ ਇਹ ਜੋ x ਸਕੁਅਰ ਵਾਲੀ ਰਕਮ ਹੈ ਇਹ ਪਿੱਛੇ ਹੋਵੇ, ਤਾਂ ਇਹਨੂੰ ਅਸੀਂ ਕੀ ਹੈ ਫਿਰ ਅੱਗੇ ਕਰਕੇ ਲਿਖਾਂਗੇ। ਇਸ ਤਰ੍ਹਾਂ ਇਹਨਾਂ ਨੂੰ ਲਿਖਣ ਤੋਂ ਬਾਅਦ ਅਸੀਂ ਕੀ ਕਰਨਾ ਹੈ, ਜੋ ਇਹ ਸਾਡੇ ਕੋਲੇ ਪਹਿਲੀ ਰਕਮ ਹੈ ਉਹਨੂੰ ਅਸੀਂ ਲਾਸਟ ਰਕਮ ਦੇ ਨਾਲ ਮਲਟੀਪਲਾਈ ਕਰ ਲੈਣਾ। ਤਾਂ ਦੇਖੋ ਜਦੋਂ ਅਸੀਂ ਇਹਨਾਂ ਦੀ ਮਲਟੀਪਲਾਈ ਕਰਾਂਗੇ ਤਾਂ 6 ਦੀ -2 ਨਾਲ ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲੇ ਬਣੂਗਾ 12 -10। ਪਰ ਅਸੀਂ ਇੱਕ ਵਾਰੀ ਸਮਝਣਾ ਵੀ ਸਾਨੂੰ 12 ਹੀ ਚਾਹੀਦਾ। ਤਾਂ ਹੁਣ ਅਸੀਂ ਦੋ ਰਕਮਾਂ ਇਹੋ ਜਿਹੀਆਂ ਸੋਚਣੀਆਂ ਜਿਨ੍ਹਾਂ ਦੀ ਗੁਣਾ ਤਾਂ ਬਣੇ 12, ਜੋੜ ਜਾਂ ਘਟਾਓ ਬਣੇ ਇਹ ਵਿਚਕਾਰ ਵਾਲੀ ਰਕਮ ਯਾਨੀ 1। ਤਾਂ ਦੇਖੋ ਜੇ ਮੈਂ ਦੋ ਰਕਮਾਂ ਸੋਚੀਆਂ 6 ਤੇ 2, ਇਹਨਾਂ ਦੀ ਗੁਣਾ ਤਾਂ ਜ਼ਰੂਰ 12 ਬਣ ਜੂਗੀ, ਪਰ ਜਿਹੜਾ ਜੋੜ ਹੈ ਜਾਂ ਘਟਾਓ ਹੈ ਉਹ 1 ਨਹੀਂ ਬਣਦਾ। ਉਸੇ ਤਰ੍ਹਾਂ ਜੇ ਮੈਂ ਹੋਰ ਦੋ ਰਕਮਾਂ ਸੋਚੀਆਂ 4 ਤੇ 3, ਇਹਨਾਂ ਦੀ ਗੁਣਾ 12 ਬਣ ਜੂ ਤੇ ਘਟਾਓ ਕਰਾਂਗੇ ਤਾਂ ਸਾਡੇ ਕੋਲੇ 1 ਵੀ ਬਣ ਜੂਗਾ। ਤਾਂ ਹੁਣ ਅਸੀਂ ਇਹਨਾਂ ਨੂੰ ਲਿਖਣਾ ਕਿਵੇਂ ਹੈ, ਪਹਿਲੀ ਰਕਮ ਯਾਨੀ 6x ਸਕੁਅਰ ਬਿਲਕੁਲ ਅਸੀਂ ਸੇਮ ਲਿਖ ਲੈਣਾ ਹੈ। ਫਿਰ ਅਸੀਂ ਲਿਖਣਾ ਹੈ 4x ਤੇ 3x। ਹੁਣ ਸਾਨੂੰ ਚਾਹੀਦਾ ਇਹਦੇ ਅੱਗੇ ਮਾਈਨਸ ਦਾ ਨਿਸ਼ਾਨ, ਇਸ ਕਰਕੇ ਅਸੀਂ ਵੱਡੀ ਰਕਮ ਦੇ ਅੱਗੇ ਮਾਈਨਸ ਦਾ ਨਿਸ਼ਾਨ ਲਗਾ ਦੇਣਾ ਹੈ ਔਰ ਜੋ ਲਾਸਟ ਵਾਲੀ ਰਕਮ ਹੈ ਉਹਨੂੰ ਬਿਲਕੁਲ ਸੇਮ ਲਿਖ ਲੈਣਾ। ਇਸ ਤੋਂ ਬਾਅਦ ਅਸੀਂ ਇਹਨਾਂ ਦੇ ਫੈਕਟਰ ਕਰਨੇ ਆ। ਤਾਂ 6 ਦੇ ਜਦੋਂ ਅਸੀਂ ਫੈਕਟਰ ਕਰਾਂਗੇ ਤਾਂ ਉਹ ਹੋਣਗੇ ਸਾਡੇ ਕੋਲੇ 2 ਗੁਣਾ 3 ਔਰ x ਸਾਡੇ ਕੋਲੇ 2 ਵਾਰੀ ਹੈ ਤਾਂ ਅਸੀਂ ਇਹਨੂੰ 2 ਵਾਰੀ ਲਿਖ ਲਾਂਗੇ। ਫਿਰ ਮਾਈਨਸ ਦਾ ਨਿਸ਼ਾਨ, 4 ਦੇ ਫੈਕਟਰ 2 ਗੁਣਾ 2, x ਇੱਕ ਵਾਰ ਹੈ ਤਾਂ ਉਹਨੂੰ ਲਿਖ ਲਾਂਗੇ। ਫਿਰ ਪਲੱਸ ਦਾ ਨਿਸ਼ਾਨ। ਹੁਣ 3 ਦੇ ਫੈਕਟਰ ਕੱਲਾ 3 ਹੀ ਹੋਊਗਾ, x ਹੈ ਤਾਂ ਉਹ x ਹੀ ਰਹਿ ਜਾਊਗਾ। 2 ਦੇ ਫੈਕਟਰ 2 ਕੱਲਾ ਰਹਿ ਜਾਊਗਾ, ਬਰਾਬਰ ਦੇ ਵਿੱਚ 0। ਇਸ ਤੋਂ ਬਾਅਦ ਅਸੀਂ ਕੀ ਕਰਨਾ ਹੈ, ਜੋ ਇਹ ਪਹਿਲੀਆਂ ਦੋ ਰਕਮਾਂ ਬਣੀਆਂ ਸਾਡੇ ਕੋਲੇ ਇਹਨਾਂ ਦੋਨਾਂ ਦੇ ਵਿੱਚ ਇੱਕੋ ਜੀ ਰਕਮ ਜਿਹੜੀ ਵੀ ਬਣਦੀ ਹੈ ਉਹਨੂੰ ਅਸੀਂ ਬਾਹਰ ਲਿਖ ਲੈਣਾ। ਜਿਵੇਂ ਸਾਡੇ ਕੋਲੇ ਇੱਥੇ 2 ਹੈਗਾ, ਇਹਦੇ ਵਿੱਚ ਵੀ 2 ਹੈਗਾ ਔਰ ਇਹਨਾਂ ਦੋਨਾਂ ਦੇ ਵਿੱਚ ਸਾਡੇ ਕੋਲੇ x ਵੀ ਇੱਕੋ ਜਿਹਾ ਹੈਗਾ। ਤਾਂ ਅਸੀਂ ਕੀ ਕਰਨਾ ਹੈ, 2 ਤੇ x ਅਸੀਂ ਬਾਹਰ ਲਿਖ ਲੈਣਾ। ਹੁਣ ਦੇਖੋ ਇਹ ਵਾਲਾ 2 ਬਾਹਰ ਆ ਗਿਆ ਔਰ ਇਹ x ਵੀ ਬਾਹਰ ਆ ਗਿਆ, ਤਾਂ ਇੱਥੇ ਸਾਡੇ ਕੋਲੇ ਕੀ ਬਚ ਗਿਆ, 3 ਤੇ x ਅਸੀਂ ਲਿਖ ਲੈਣਾ। ਨਿਸ਼ਾਨ ਮਾਈਨਸ ਦਾ ਤਾਂ ਮਾਈਨਸ ਲਗਾ ਦੇਣਾ। ਇਹ 2 ਤੇ ਇਹ x ਤਾਂ ਬਾਹਰ ਸਾਡੇ ਕੋਲੇ ਆਇਆ ਹੀ ਪਿਆ ਔਰ ਇੱਥੇ ਹੈਗਾ 2 ਤਾਂ ਅਸੀਂ 2 ਲਿਖ ਦੇਣਾ। ਫਿਰ ਅਸੀਂ ਇਹ ਜੋ ਬ੍ਰੈਕਟ ਦੇ ਵਿੱਚ ਰਕਮ ਬਣ ਚੁੱਕੀ ਹੈ ਇਹਨੂੰ ਅਸੀਂ ਅੱਗੇ ਲਿਖ ਲੈਣਾ ਬਿਲਕੁਲ ਸੇਮ। ਫਿਰ ਅਸੀਂ ਇਹਨਾਂ ਦੋਨਾਂ ਦੇ ਵਿੱਚ ਮਗਰ ਵਾਲੀਆਂ 'ਚ ਕਾਮਨ ਦੇਖਣਾ ਕੁਝ ਹੈਗਾ ਕਿ ਨਹੀਂ। ਜੇ ਤਾਂ ਕੁਝ ਕਾਮਨ ਹੋਵੇ ਅਸੀਂ ਉਹ ਅੱਖਰ ਲਿਖ ਦਾਂਗੇ, ਜੇਕਰ ਇਹਨਾਂ ਦੋਨਾਂ ਦੇ ਵਿੱਚ ਕਾਮਨ ਕੁਝ ਵੀ ਨਹੀਂ ਹੈ ਫਿਰ ਅਸੀਂ 1 ਲਿਖਾਂਗੇ। ਔਰ ਇੱਥੇ ਅਸੀਂ ਕਿਹੜਾ ਨਿਸ਼ਾਨ ਲਗਾਉਣਾ ਹੈ, ਜੋ ਸਾਡੇ ਕੋਲੇ ਤੀਸਰੀ ਰਕਮ ਦੇ ਅੱਗੇ ਹੈ, ਯਾਨੀ ਪਹਿਲੀ, ਦੂਸਰੀ ਔਰ ਤੀਸਰੀ ਰਕਮ ਦੇ ਅੱਗੇ ਪਲੱਸ ਹੈ ਤਾਂ ਇੱਥੇ ਅਸੀਂ ਲਗਾ ਦਾਂਗੇ ਪਲੱਸ ਔਰ ਬਰਾਬਰ ਦੇ ਵਿੱਚ 0। ਉਸ ਤੋਂ ਬਾਅਦ ਅਸੀਂ ਕੀ ਕਰਨਾ, ਜੋ ਦੋਨੇ ਬ੍ਰੈਕਟਾਂ ਦੇ ਵਿੱਚ ਰਕਮ ਹੈ ਉਹ ਲਿਖ ਲੈਣੀ ਹੈ ਔਰ ਦੋਨੇ ਬ੍ਰੈਕਟਾਂ ਦੇ ਬਾਹਰ ਜੋ ਰਕਮ ਹੈ, ਦੇਖੋ ਜਿਵੇਂ ਇਹਦੇ ਬਾਹਰ ਹੈਗਾ ਸਾਡੇ ਕੋਲੇ 2x ਔਰ ਇਹਦੇ ਬਾਹਰ ਸਾਡੇ ਕੋਲੇ ਹੈਗਾ +1 ਬਰਾਬਰ ਦੇ ਵਿੱਚ 0। ਹੁਣ ਅਸੀਂ ਇਹਨਾਂ ਕੱਲੀਆਂ ਰਕਮਾਂ ਨੂੰ 0 ਦੇ ਬਰਾਬਰ ਰੱਖ ਲੈਣਾ। ਇਧਰੋਂ 2x + 1 = 0, ਤਾਂ -2 ਉਧਰ ਸ਼ਿਫਟ ਹੋ ਕੇ ਸਾਡੇ ਕੋਲੇ ਹੋ ਜਾਊਗਾ +2।
ਤਾਂ ਇੱਥੋਂ ਸਾਡੇ ਕੋਲੇ x ਦੀ ਵੈਲਿਊ ਕਿੰਨੀ ਆ ਜੂਗੀ 2/3 ਔਰ ਇੱਧਰ ਪਲੱਸ ਦਾ 1 ਉੱਧਰ ਜਾ ਕੇ ਹੋ ਜੂਗਾ ਮਾਈਨਸ ਦਾ 1 ਤਾਂ ਇੱਥੋਂ ਸਾਡੇ ਕੋਲੇ x ਦੀ ਵੈਲਿਊ ਕਿੰਨੀ ਆ ਜੂਗੀ ਮਾਈਨਸ ਦਾ 1/2 ਤਾਂ ਇਹ ਸਾਡੇ ਦੋ ਜਿਹੜੇ ਸੋਲਿਊਸ਼ਨ ਹੈ ਇਹਦੇ ਹੋਣਗੇ। ਇਹਨਾਂ ਨੂੰ ਅਸੀਂ ਮੂਲ ਜਾਂ ਰੂਟ ਵੀ ਕਹਿ ਦਿੰਦੇ ਹਾਂ। ਇਸ ਤਰ੍ਹਾਂ ਅਸੀਂ ਅਭਾਜ ਗੁਣਨਖੰਡ ਵਿਧੀ ਦੀ ਵਰਤੋਂ ਕਰਕੇ ਜਿਹੜਾ ਸਵਾਲ ਆ ਉਹ ਸੋਲਵ ਕਰ ਸਕਦੇ ਹਾਂ। ਅਗਲਾ ਮੈਥਡ ਹੈ ਸਾਡੇ ਕੋਲ ਕੁਆਡਰੇਟਿਕ ਫਾਰਮੂਲਾ, ਜਿਹਨੂੰ ਅਸੀਂ ਦੋ ਘਾਤੀ ਸੂਤਰ ਵੀ ਕਹਿ ਦਿੰਦੇ ਹਾਂ। ਤਾਂ ਦੇਖੋ ਅਸੀਂ ਗੱਲ ਕੀਤੀ ਇਸ ਦੋ ਘਾਤੀ ਸਮੀਕਰਨ ਦੀ, ਤਾਂ ਕੁਆਡਰੇਟਿਕ ਫਾਰਮੂਲੇ ਦੀ ਹੈਲਪ ਨਾਲ ਅਸੀਂ ਇਹਨੂੰ ਕਿਵੇਂ ਸੋਲਵ ਕਰਨਾ ਹੈ। ਸਭ ਤੋਂ ਪਹਿਲਾਂ ਅਸੀਂ ਜੋ ਸਾਨੂੰ ਇਕੁਏਸ਼ਨ ਦਿੱਤੀ ਹੋਈ ਹੈ ਉਹਨੂੰ ਇਹਦੇ ਨਾਲ ਕੰਪੇਅਰ ਕਰਕੇ ਅਸੀਂ A, B ਤੇ C ਦੀ ਵੈਲਿਊ ਲਿਖ ਲਿਆ ਕਰਾਂਗੇ। ਉਸ ਤੋਂ ਬਾਅਦ ਅਸੀਂ ਪਤਾ ਕਰਿਆ ਕਰਾਂਗੇ D, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਡਿਸਕ੍ਰਿਮੀਨੈਂਟ, ਔਰ ਇਹ ਪਤਾ ਕਰਨ ਦਾ ਫਾਰਮੂਲਾ ਹੁੰਦਾ ਹੈ B² - 4AC। ਤਾਂ ਜਦੋਂ ਅਸੀਂ ਇਹਨੂੰ ਸੋਲਵ ਕਰਾਂਗੇ ਤਾਂ ਸੋਲਵ ਕਰੇ ਤੋਂ ਸਾਡੇ ਕੋਲੇ ਕੀ ਹੈ, ਜਾਂ ਤਾਂ D ਦਾ ਆਨਸਰ ਪਲੱਸ 'ਚ ਆਊਗਾ, ਜਾਂ D ਦਾ ਆਨਸਰ 0 ਹੋਊਗਾ, ਜਾਂ D ਦਾ ਆਨਸਰ ਮਾਈਨਸ ਦੇ ਵਿੱਚ ਆਊਗਾ। ਜੇ ਤਾਂ D ਦਾ ਮੁੱਲ ਪਲੱਸ 'ਚ ਆਇਆ ਮਤਲਬ 0 ਤੋਂ ਵੱਡਾ ਆਇਆ ਤਾਂ ਅਸੀਂ ਕਵਾਂਗੇ ਜੋ ਸਾਨੂੰ ਸਮੀਕਰਨ ਦਿੱਤੀ ਹੋਈ ਹੈ ਉਹਦੇ ਮੂਲ ਯਾਨੀ ਰੂਟ ਹੈ ਜਿਹੜੇ ਰੀਅਲ ਹੈ ਤੇ ਡਿਸਟਿੰਕਟ ਹੈ, ਯਾਨੀ ਵਾਸਤਵਿਕ ਤੇ ਭਿੰਨ ਭਿੰਨ ਅਸੀਂ ਕਵਾਂਗੇ ਉਹਨਾਂ ਦੇ ਮੂਲਾਂ ਨੂੰ। ਤੇ ਜੇ ਸਾਡੇ ਕੋਲੇ D ਦੀ ਵੈਲਿਊ 0 ਹੋਈ ਤਾਂ ਉਸ ਕੇਸ ਦੇ ਵਿੱਚ ਜਿਹੜੇ ਸਾਡੇ ਰੂਟ ਹੈ ਉਹ ਕੀ ਹੋਣਗੇ, ਵਾਸਤਵਿਕ ਤੇ ਬਰਾਬਰ ਹੋਣਗੇ। ਯਾਨੀ ਅਸੀਂ ਕਹਿ ਦਾਂਗੇ ਵੀ ਰੂਟ ਹੈ ਜਿਹੜੇ ਰੀਅਲ ਤੇ ਇਕੁਅਲ ਹੈ। ਔਰ ਜੇ ਸਾਡੇ ਕੋਲੇ D ਦੀ ਵੈਲਿਊ ਆਈ ਮਾਈਨਸ ਦੇ ਵਿੱਚ ਤਾਂ ਅਸੀਂ ਕਹਿ ਦਾਂਗੇ ਜਿਹੜੇ ਸਮੀਕਰਨ ਦੇ ਰੂਟ ਹੈ ਯਾਨੀ ਮੂਲ ਹੈਗੇ ਆ ਉਹ ਵਾਸਤਵਿਕ ਨਹੀਂ ਹੈਗੇ। ਜੇ ਸਾਡੇ ਕੋਲੇ D ਦੀ ਵੈਲਿਊ ਪਲੱਸ ਜਾਂ 0 ਆਇਆ ਕਰੂਗੀ ਤਾਂ ਅਸੀਂ ਉਹਦੇ ਜਿਹੜੇ ਮੂਲ ਹੈਗੇ ਆ ਇਸ ਮੈਥਡ ਦੇ ਨਾਲ ਸੋਲਵ ਕਰ ਸਕਦੇ ਹਾਂ। ਔਰ ਜੇ ਸਾਡਾ D ਨੈਗੇਟਿਵ ਆਇਆ ਤਾਂ ਅਸੀਂ ਜਿਹੜੇ ਮੂਲ ਆ ਉਹਦੇ ਸੋਲਵ ਨਹੀਂ ਕਰ ਸਕਦੇ। ਜੇ ਹੁਣ ਮੰਨ ਲਓ ਸਾਡੇ ਕੋਲੇ ਪਲੱਸ ਦੇ ਵਿੱਚ ਜਾਂ 0 ਆਇਆ ਸਾਡਾ ਆਨਸਰ ਤਾਂ ਅਸੀਂ ਉਹਦੇ ਰੂਟ ਕਿਵੇਂ ਪਤਾ ਕਰਾਂਗੇ, ਤਾਂ ਉਹਦੇ ਲਈ ਅਸੀਂ ਮੰਨ ਲਿਆ ਕਰਾਂਗੇ ਵੀ ਸਾਡੇ ਕੋਲੇ ਜਿਹੜੇ ਇਹਦੇ ਦੋ ਰੂਟ ਹੈਗੇ ਆ, ਇੱਕ ਦਾ ਨਾਮ ਹੈ ਅਲਫਾ ਤੇ ਇੱਕ ਦਾ ਨਾਮ ਹੈ ਬੀਟਾ। ਤਾਂ ਅਸੀਂ ਇਹਨਾਂ ਦੀ ਵੈਲਿਊ ਕਿਵੇਂ ਸੋਲਵ ਕਰਾਂਗੇ, -b ਪਲੱਸ ਰੂਟ ਦੇ ਵਿੱਚ d/2a ਤੇ ਦੂਸਰਾ ਅਸੀਂ ਬੀਟਾ ਇਸ ਤਰ੍ਹਾਂ ਲੱਭਿਆ ਕਰਾਂਗੇ -b ਮਾਈਨਸ ਰੂਟ ਦੇ ਵਿੱਚ d/2a। ਤਾਂ ਇਸ ਤਰ੍ਹਾਂ ਅਸੀਂ ਜਿਹੜੇ ਮੂਲ ਹੈਗੇ ਆ ਉਹ ਪਤਾ ਕਰ ਸਕਦੇ ਹਾਂ। ਜਿਵੇਂ ਅਸੀਂ ਉੱਪਰ ਵਾਲੇ ਸਵਾਲ ਨੂੰ ਇਸੇ ਮੈਥਡ ਦੇ ਨਾਲ ਹੁਣ ਕਰਦੇ ਹਾਂ। ਜਿਵੇਂ ਸਾਡੇ ਕੋਲ ਇਹ ਰਕਮ ਹੈ, ਜਦੋਂ ਦੇਖੋ ਅਸੀਂ ਇਹਦਾ ਕੰਪੈਰੀਜ਼ਨ ਕਰਾਂਗੇ ax² + bx + c = 0 ਦੇ ਨਾਲ, ਤਾਂ ਇੱਥੇ ਸਾਡੇ ਕੋਲੇ x² ਦੇ ਨਾਲ ਹੈਗਾ a ਔਰ ਇੱਧਰ x² ਦੇ ਨਾਲ ਹੈਗਾ 6, ਤਾਂ ਇਹਦਾ ਮਤਲਬ ਸਾਡੇ ਕੋਲੇ a ਦੀ ਵੈਲਿਊ ਕਿੰਨੀ ਹੋ ਜੂਗੀ 6। ਇੱਥੇ x ਦੇ ਨਾਲ ਹੈਗਾ b ਔਰ ਇੱਥੇ x ਦੇ ਅੱਗੇ ਕੁਝ ਵੀ ਹੈ ਨਹੀਂ ਤਾਂ ਅਸੀਂ ਮੰਨ ਕੇ ਚੱਲਾਂਗੇ ਕਿ ਉਹਦੇ ਅੱਗੇ 1 ਹੈਗਾ ਯਾਨੀ b ਹੋ ਜੂਗਾ -1। ਔਰ c ਦੀ ਵੈਲਿਊ ਜੋ ਬਿਨਾ x ਤੋਂ ਆ ਇੱਧਰਲੇ ਪਾਸੇ ਆ ਸਾਡੇ ਕੋਲੇ -2 ਤਾਂ c ਆ ਜੂਗਾ ਸਾਡਾ -2। ਹੁਣ ਅਸੀਂ d ਪਤਾ ਕਰਨਾ ਤਾਂ d ਦੀ ਵੈਲਿਊ b² - 4ac। ਤਾਂ b ਦੀ ਵੈਲਿਊ ਜਦੋਂ ਭਰਾਂਗੇ ਤਾਂ -1 ਦਾ ਸਕੁਅਰ -4 ਗੁਣਾ a ਦੀ ਵੈਲਿਊ 6 ਗੁਣਾ c ਦੀ ਵੈਲਿਊ -2, ਤਾਂ ਇਹ ਹੋ ਜੂਗਾ 1 4 6 24 24 ਦੂਣਾ 48, ਤਾਂ ਇਹ ਹੋ ਗਿਆ ਸਾਡੇ ਕੋਲੇ 48 ਮਾਈਨਸ ਮਾਈਨਸ ਪਲੱਸ, ਤਾਂ ਇਹ ਸਾਡੇ ਕੋਲੇ d ਦੀ ਵੈਲਿਊ ਆ ਗਈ 49 ਜੋ ਪਲੱਸ ਦੇ ਵਿੱਚ ਹੈ। ਇਹਦਾ ਮਤਲਬ ਜੋ ਸਾਡੇ ਕੋਲੇ ਇਹ ਸਮੀਕਰਨ ਹੈਗੀ ਹੈ ਇਹਦੇ ਜਿਹੜੇ ਰੂਟ ਹੈਗੇ ਆ ਉਹ ਰੀਅਲ ਹੈ ਤੇ ਡਿਸਟਿੰਕਟ ਹੈ ਯਾਨੀ ਵਾਸਤਵਿਕ ਤੇ ਭਿੰਨ ਭਿੰਨ ਹੈ। ਹੁਣ ਅਸੀਂ ਜਿਹੜੇ ਮੂਲ ਉਹ ਕਿਵੇਂ ਪਤਾ ਕਰਨੇ ਆ, ਮੰਨ ਲਓ ਸਾਡਾ ਪਹਿਲਾ ਮੂਲ ਹੈਗਾ ਅਲਫਾ, ਤਾਂ ਅਸੀਂ ਇਹਨੂੰ ਲਿਖਾਂਗੇ -b ਪਲੱਸ ਵਰਗਮੂਲ ਦੇ ਵਿੱਚ d/2a। ਤਾਂ ਦੇਖੋ ਜਦੋਂ ਅਸੀਂ b ਦੀ ਵੈਲਿਊ ਭਰਾਂਗੇ, b ਹੈਗਾ ਸਾਡੇ ਕੋਲੇ -1 ਪਲੱਸ d ਦੀ ਵੈਲਿਊ ਭਰਾਂਗੇ 49/2 ਗੁਣਾ a ਦੀ ਵੈਲਿਊ ਸਾਡੇ ਕੋਲੇ ਹੈਗੀ ਹੈ 6, ਤਾਂ ਮਾਈਨਸ ਮਾਈਨਸ ਇਹ ਪਲੱਸ ਹੋ ਜੂਗਾ 49 ਦਾ ਵਰਗਮੂਲ 7/2 6 12, ਯਾਨੀ ਇਹ ਸਾਡੇ ਕੋਲੇ ਹੋ ਜੂਗਾ 8/12। ਔਰ ਜਦੋਂ ਅਸੀਂ ਇਹਨਾਂ ਨੂੰ 4 ਦੇ ਪਹਾੜੇ ਤੇ ਕੈਂਸਲ ਕਰਾਂਗੇ ਤਾਂ ਇਹ ਸਾਡੇ ਕੋਲੇ ਹੋ ਜੂਗਾ 2/3। ਇਸੇ ਤਰ੍ਹਾਂ ਅਸੀਂ ਬੀਟਾ ਸੋਲਵ ਕਰ ਲਾਂਗੇ -b ਦੀ ਵੈਲਿਊ
ਮਾਈਨਸ ਵਰਗਮੂਲ ਦੇ ਵਿੱਚ d ਦੀ ਵੈਲਿਊ ਬਟਾ 2 ਗੁਣਾ a। ਤਾਂ ਇਹ ਸਾਡੇ ਕੋਲੇ ਹੋ ਜਾਊਗਾ 1 ਮਾਈਨਸ ਇਹਦੀ ਵੈਲਿਊ ਹੋ ਜੂਗੀ ਸਾਡੇ ਕੋਲੇ 7 ਬਟਾ 12, ਯਾਨੀ ਇਹ ਹੋ ਜਾਊਗਾ ਸਾਡੇ ਕੋਲੇ ਮਾਈਨਸ 6 ਬਟਾ 12। ਔਰ ਜਦੋਂ ਅਸੀਂ ਇਹਨੂੰ ਕੈਂਸਲ ਕਰਾਂਗੇ ਤਾਂ ਇਹ ਆ ਜਾਊਗਾ ਸਾਡੇ ਕੋਲੇ ਮਾਈਨਸ ਦਾ 1 ਬਟਾ 2। ਤਾਂ ਦੇਖੋ ਸਾਡੇ ਜਿਹੜੇ ਮੂਲ ਹੈਗੇ ਇਹ ਪਿਛਲੇ ਸਵਾਲ ਦੇ ਵਾਂਗੂ ਹੀ 2 ਬਟਾ 3 ਤੇ ਮਾਈਨਸ 1 ਬਟਾ 2 ਆਏ ਹੈ। ਯਾਨੀ ਅਸੀਂ ਚਾਹੇ ਇਹ 2 ਘਾਤੀ ਸੂਤਰ ਲਗਾ ਕੇ ਸੋਲਵ ਕਰੀਏ, ਚਾਹੇ ਪ੍ਰਾਈਮ ਫੈਕਟਰਾਈਜੇਸ਼ਨ ਮੈਥਡ ਦੇ ਨਾਲ ਸੋਲਵ ਕਰੀਏ, ਤਾਂ ਜੋ ਆਪਣਾ ਮੂਲ ਹੈਗਾ ਉਹਦਾ ਆਨਸਰ ਉਹ ਬਿਲਕੁਲ ਸੇਮ ਆਊਗਾ। ਇੱਕ ਮੈਥਡ ਹੈ ਸਾਡੇ ਕੋਲੇ ਪੂਰਨ ਵਰਗ ਵਿਧੀ, ਉਹ ਮੈਥਡ ਮੈਂ ਪਹਿਲਾਂ ਸੋਲਵ ਕਰਵਾਇਆ ਹੋਇਆ, ਉਸ ਮੈਥਡ ਦਾ ਵੀਡੀਓ ਡਿਸਕ੍ਰਿਪਸ਼ਨ ਬਾਕਸ ਵਿੱਚ ਹੈ, ਤੁਸੀਂ ਉੱਥੋਂ ਉਹ ਮੈਥਡ ਦੇਖ ਸਕਦੇ ਹੋ। ਹੁਣ ਆਪਾਂ ਇਹਨਾਂ ਕਨਸੈਪਟਸ ਦੇ ਨਾਲ ਰਿਲੇਟਡ ਕੁਝ MCQ ਕਰਾਂਗੇ ਤੇ ਨਾਲ ਹੀ ਕੁਝ ਟ੍ਰਿਕਸ ਕਰਾਂਗੇ। ਤਾਂ ਫਸਟ ਹੈ, ਤਾਂ ਦੇਖੋ ਸਾਡੇ ਕੋਲੇ ਇਹ ਸਵਾਲ ਦਿੱਤਾ ਹੋਇਆ ਹੈ ਔਰ ਅਸੀਂ ਦੱਸਣਾ ਹੈ ਵੀ ਜੋ ਇਹ ਸਮੀਕਰਨ ਹੈਗੀ ਹੈ ਸਾਡੇ ਕੋਲੇ ਰੇਖਿਕ ਹੈ, 2 ਘਾਤੀ ਹੈ, 3 ਘਾਤੀ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ। ਤਾਂ ਅਸੀਂ ਸਭ ਤੋਂ ਪਹਿਲਾਂ ਲਿਖ ਲੈਂਦੇ ਹਾਂ x ਮਾਈਨਸ 1 x ਪਲਸ 5 ਪਲਸ 1 ਬਰਾਬਰ 0। ਤਾਂ ਦੇਖੋ ਜਦੋਂ ਅਸੀਂ ਇਹਨਾਂ ਨੂੰ ਸੋਲਵ ਕਰਾਂਗੇ x ਦੀ x ਨਾਲ ਗੁਣਾ ਕਰਾਂਗੇ x ਸਕੁਅਰ, x ਦੀ 5 ਨਾਲ ਕਰਾਂਗੇ 5x ਔਰ 1 ਦੀ ਇਹਦੇ ਨਾਲ ਕਰਾਂਗੇ ਤਾਂ ਮਾਈਨਸ x ਔਰ ਮਾਈਨਸ 1 ਦੀ 5 ਨਾਲ ਕਰਾਂਗੇ ਤਾਂ ਮਾਈਨਸ ਦਾ 5 ਪਲਸ 1 ਬਰਾਬਰ 0। ਤਾਂ ਦੇਖੋ ਇਹਦੇ ਵਿੱਚ ਸਾਡੇ ਕੋਲੇ x ਦੀ ਜੋ ਹਾਈਐਸਟ ਪਾਵਰ ਹੈ ਉਹ ਹੈਗੀ ਹੈ 2, ਇਸ ਕਰਕੇ ਇਹ ਸਾਡੀ ਕਿਹੜੀ ਸਮੀਕਰਨ ਹੋਊਗੀ 2 ਘਾਤੀ। ਤਾਂ ਅਸੀਂ ਸਿੱਧਾ ਹੀ ਇਹਦਾ ਆਨਸਰ ਹੈ ਜੋ ਉਹ ਟਿਕ ਕਰ ਦਾਂਗੇ। ਜੇ ਅਸੀਂ ਇਹਨੂੰ ਸੋਲਵ ਕਰਨਾ ਹੋਵੇ ਤਾਂ ਕਿਵੇਂ ਹੋਊਗਾ x ਸਕੁਅਰ, 5x ਦੇ ਵਿੱਚੋਂ 1x ਘਟਾਵਾਂਗੇ ਤਾਂ 4x ਔਰ 5 ਦੇ ਵਿੱਚੋਂ 1 ਘਟਾਵਾਂਗੇ 4, ਨਿਸ਼ਾਨ ਮਾਈਨਸ ਦਾ ਕਿਉਂਕਿ ਵੱਡੀ ਰਕਮ ਮਾਈਨਸ ਦੀ ਹੈ। ਤਾਂ ਦੇਖੋ ਇਸ ਤਰ੍ਹਾਂ ਵੀ ਸਾਡਾ ਜੋ ਐਂਡ ਤੇ ਆਨਸਰ ਬਣਦਾ ਉਹ ਕੀ ਬਣਦਾ ਹੈ 2 ਘਾਤੀ ਸਮੀਕਰਨ। ਨੈਕਸਟ ਹੈ, ਤਾਂ ਜਿਵੇਂ ਸਾਡੇ ਕੋਲ ਇਹ ਸਵਾਲ ਹੈ ਅਸੀਂ ਦੱਸਣਾ ਹੈ ਕਿ ਜੋ ਇਹ ਸਾਨੂੰ ਸਵਾਲ ਦਿੱਤਾ ਹੋਇਆ ਹੈ ਇਹ ਕੀ ਹੈ, ਰੇਖਿਕ ਸਮੀਕਰਨ ਬਣਦਾ ਹੈ, 2 ਘਾਤੀ ਬਣਦਾ ਹੈ, 3 ਘਾਤੀ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ। ਤਾਂ ਪਹਿਲਾਂ ਅਸੀਂ ਲਿਖ ਲੈਂਦੇ ਹਾਂ x ਪਲਸ 2 ਸਾਰੇ ਦੀ ਪਾਵਰ 3 ਔਰ ਬਰਾਬਰ ਹੈ ਸਾਡੇ ਕੋਲੇ x ਪਲਸ 2 ਤੇ x ਪਲਸ 1। ਤਾਂ ਦੇਖੋ ਇੱਧਰ ਹੈ ਸਾਡੇ ਕੋਲੇ a ਪਲਸ b ਦੀ ਕਿਊਬ, ਇਹਦਾ ਫਾਰਮੂਲਾ ਹੁੰਦਾ ਸਾਡੇ ਕੋਲੇ a ਕਿਊਬ ਪਲਸ b ਕਿਊਬ ਪਲਸ 3a ਸਕੁਅਰ b ਪਲਸ 3a b ਦਾ ਸਕੁਅਰ ਔਰ ਬਰਾਬਰ ਦੇ ਵਿੱਚ ਜਦੋਂ ਦੇਖੋ ਅਸੀਂ ਇਹਨਾਂ ਨੂੰ ਸੋਲਵ ਕਰਾਂਗੇ ਤਾਂ ਇਹ ਸਾਡੇ ਕੋਲੇ ਹੋ ਜਾਊਗਾ x ਸਕੁਅਰ ਪਲਸ x ਪਲਸ 2x ਪਲਸ 1। ਤਾਂ ਇਹ ਹੋ ਗਿਆ ਸਾਡੇ ਕੋਲੇ x ਕਿਊਬ ਪਲਸ 8 3 ਦੂਣੀ 6, 6 ਦੀ x ਸਕੁਅਰ ਨਾਲ ਕਰਾਂਗੇ ਤਾਂ 6x ਸਕੁਅਰ, 2 ਦਾ ਸਕੁਅਰ 4, 4 ਤੀਏ 12x ਔਰ ਬਰਾਬਰ ਦੇ ਵਿੱਚ ਸਾਡੇ ਕੋਲੇ ਹੈਗਾ x ਸਕੁਅਰ ਪਲਸ 3x ਪਲਸ 1। ਤਾਂ ਦੇਖੋ ਜਦੋਂ ਅਸੀਂ ਇਹਨਾਂ ਸਾਰੀਆਂ ਰਕਮਾਂ ਨੂੰ ਇੱਧਰ ਸ਼ਿਫਟ ਕਰਕੇ ਪਲਸ ਜਾਂ ਮਾਈਨਸ ਕਰਾਂਗੇ ਤਾਂ ਵੀ ਸਾਡੇ ਕੋਲੇ ਜੋ ਇਹ x ਕਿਊਬ ਹੈ ਇਹ ਖਤਮ ਨਹੀਂ ਹੋਣ ਵਾਲਾ। ਇਹਦਾ ਮਤਲਬ ਸਾਡੀ ਜੋ ਇਹ ਇਕੁਏਸ਼ਨ ਦਿੱਤੀ ਹੋਈ ਹੈ ਉਹ ਕੀ ਹੋਊਗੀ 3 ਘਾਤੀ। ਤਾਂ ਅਸੀਂ ਇਸ ਤਰ੍ਹਾਂ ਜਿਹੜਾ ਆਪਣਾ ਟਾਈਮ ਹੈਗਾ ਉਹ ਬਚਾ ਸਕਦੇ ਹਾਂ। ਨੈਕਸਟ ਹੈ, ਤਾਂ ਦੇਖੋ ਜਿਹੜਾ ਸਾਡੇ ਕੋਲ ਇਹ ਸਵਾਲ ਹੈਗਾ ਅਸੀਂ ਦੱਸਣਾ ਵੀ ਇਹਦੀਆਂ ਸਿਫਰਾਂ ਕਿਹੜੀਆਂ ਹੈਗੀਆਂ, ਯਾਨੀ ਜੋ ਇਹ ਸਾਨੂੰ 4 ਆਪਸ਼ਨਾਂ ਦਿੱਤੀਆਂ ਹੋਈਆਂ ਇਹਨਾਂ ਚਾਰੋਂ ਆਪਸ਼ਨਾਂ ਦੇ ਵਿੱਚੋਂ ਇਹਦਾ ਸੋਲਿਊਸ਼ਨ ਕੀ ਹੈ, ਯਾਨੀ ਇਹਨਾਂ ਵਿੱਚੋਂ ਇਹਦੇ ਰੂਟ ਕਿਹੜੇ ਹੈਗੇ ਆ ਵੀ ਪਹਿਲਾ ਆਪਸ਼ਨ ਇਹਦੇ ਰੂਟ ਬਣਦੇ ਆ, ਦੂਜਾ, ਤੀਜਾ ਜਾਂ ਚੌਥਾ। ਤਾਂ ਦੇਖੋ ਆਪਾਂ ਰੂਟ ਪਤਾ ਕਰਨ ਦੇ 2 ਮੈਥਡ ਸਿੱਖੇ ਹੈ, ਇੱਕ ਹੈਗਾ ਅਭਾਜ ਗੁਣਨਖੰਡ ਵਿਧੀ ਤੇ ਦੂਸਰਾ ਹੈਗਾ ਕੁਆਡਰੇਟਿਕ ਫਾਰਮੂਲਾ। ਆਪਾਂ ਚਾਹੀਏ ਤਾਂ ਆਪਾਂ ਉਸ ਢੰਗ ਦੇ ਨਾਲ ਸੋਲਵ ਕਰਕੇ ਜਿਹੜਾ ਇਹਨਾਂ ਵਿੱਚੋਂ ਆਨਸਰ ਕੋਈ ਬਣਦਾ ਹੋਊਗਾ ਉੱਥੋਂ ਆਪਾਂ ਪਤਾ ਕਰ ਸਕਦੇ ਹਾਂ। ਜੇ ਮੰਨ ਲਓ ਆਪਾਂ ਉਹ ਮੈਥਡ ਨਹੀਂ ਅਪਲਾਈ ਕਰਨਾ ਚਾਹੁੰਦੇ ਤਾਂ ਅਸੀਂ ਫਿਰ ਡਾਇਰੈਕਟਲੀ ਕਿਵੇਂ ਦੱਸਾਂਗੇ ਕਿ ਸਾਡਾ ਇਹ ਆਪਸ਼ਨ ਹੈ, ਇਹ ਹੈ ਜਾਂ ਇਹ ਹੈ ਜਾਂ ਇਹ ਹੈ। ਤਾਂ ਉਹਦੇ ਲਈ ਅਸੀਂ ਕੀ ਕਰਨਾ ਹੈ, ਪਹਿਲਾ ਆਪਸ਼ਨ ਅਸੀਂ ਚੱਕਦੇ ਹਾਂ, ਜਿਵੇਂ ਸਾਡੇ ਕੋਲੇ ਇੱਕ ਵੈਲਿਊ ਦਿੱਤੀ ਹੋਈ ਹੈ 2, ਤਾਂ ਇਹਦੇ ਵਿੱਚ ਅਸੀਂ x ਦੀ ਜਗ੍ਹਾ ਤੇ 2 ਭਰ ਕੇ ਸੋਲਵ ਕਰਕੇ ਦੇਖਦੇ ਹਾਂ। ਤਾਂ ਦੇਖੋ ਇੱਥੇ ਭਰਿਆ 2 ਸਕੁਅਰ ਮਾਈਨਸ 7 x ਦੀ ਵੈਲਿਊ ਗੁਣਾ ਦੇ ਵਿੱਚ 2 ਪਲਸ 10। ਤਾਂ ਇਹਨੂੰ ਜਦੋਂ ਅਸੀਂ ਸੋਲਵ ਕਰਾਂਗੇ ਹੋ ਜਾਊਗਾ 4 ਮਾਈਨਸ 14 ਪਲਸ 10, 4 'ਚ ਅਸੀਂ 10 ਜੋੜਾਂਗੇ 14 ਮਾਈਨਸ 14 ਯਾਨੀ 0।
ਤਾਂ ਬਰਾਬਰ ਵਾਲੀ ਰਕਮ ਬਣ ਗਈ। ਇਹਦਾ ਮਤਲਬ ਇਸ ਸਮੀਕਰਨ ਦਾ ਜਿਹੜਾ ਮੂਲ ਹੈ ਉਹ 2 ਤਾਂ ਹੋ ਸਕਦਾ ਗਾ। ਹੁਣ ਆਪਾਂ 5 ਚੈੱਕ ਕਰਦੇ ਹਾਂ ਵੀ ਇਹਦਾ ਮੂਲ ਹੈਗਾ ਕਿ ਨਹੀਂ ਹੈਗਾ। ਤਾਂ ਦੇਖੋ ਜਦੋਂ ਅਸੀਂ 5 ਭਰਾਂਗੇ ਹੋ ਜਾਊਗਾ 5 ਸਕੁਅਰ ਮਾਈਨਸ 7 ਗੁਣਾ 5 ਪਲੱਸ 10, ਇਹ ਹੋ ਗਿਆ ਸਾਡੇ ਕੋਲੇ 25 ਮਾਈਨਸ 35 ਪਲੱਸ 10, 25 ਚ 10 ਜੋੜਾਂਗੇ ਤਾਂ 35 ਮਾਈਨਸ 35 यानी 0, यानी जो ये 5 है वो भी ਇਹਦਾ रूट हैगा। तो इस करके साडा ਜਿਹੜਾ पहला ऑप्शन है वो बिल्कुल ठीक हो जाऊगा। इस तरह असीं बाई ऑप्शन चैक करके दस सकते हैं कि जो सानू रूट दिते हुए है वो गिवन इक्वेशन दे हैगे आ जां नहीं हैगे। नैक्सट है तो हुण देखो सानू आह इक्वेशन दिती हुई है और साडे तो पूछा गया है कि जो ये ऑप्शन दिते हुए है इन्हां ऑप्शनां विचों किहड़ा इहदा जिहड़ा सल्यूशन आ वो होऊगा। तो देखो असीं बाई ऑप्शन ही चैक कर सकते हैं। जेकर असीं उरे माइनस का 2 भरिया तो यह साडे कोले हो जाऊगा माइनस 2 का स्केयर माइनस 4 गुणा दे विच माइनस 2 प्लस 4, तो यह हो गया साडे कोले 4, 4 दूनी 8 प्लस 4, तो यह तो साडा 0 बनता नहीं। ਇਹਦਾ मतलब ਇਹਦਾ सल्यूशन है ਜਿਹੜਾ ਉਹ नहीं हो सकता। फिर असीं 3 भर के देखते हैं। तो देखो जो यदि जगह ते 3 भरांगे असीं 3 का स्केयर हो जाऊगा 9 माइनस इत्थे 3 भरांगे 4 तीए 12 प्लस आ वाला 4, तो 9 च 4 जोड़ के 13, 13 चों 12 घटावांगे तो 1, यानी ये भी ਇਹਦਾ सल्यूशन नहीं बनता। फिर असीं 2 भर के देखांगे तो जदों 2 उरे भरांगे ये हो जाऊगा 4, 2 इत्थे भरांगे 4 दूनी हो जाऊगा 8 तो प्लस दे विच साडे कोले 4 हैगा, यानी 4 प्लस 4 8, 8 चों 8 घटा के 0, यानी बराबर वाली रकम बन गई। ਇਹਦਾ मतलब साडा जिहड़ा ਇਹ ऑप्शन आ वो बिल्कुल ठीक होऊगा। नैक्सट है तो देखो इत्थे सानू ये समीकरण दिती हुई है और पूछ लिया भी ਇਹਦਾ डिस्क्रिमिनेंट दसो की होऊगा। तो आपां सिर्फ डिस्क्रिमिनेंट फाइंड आउट करना। तो देखो आपां सिक्ख्या सीगा कि जो एक्स स्केयर दे नाल रकम है वो हुंदा साडा ए और जो एक्स के नाल रकम है वो हुंदा साडा बी और जो बिना एक्स तो रकम है वो हुंदा साडा सी। तो डिस्क्रिमिनेंट का साडे कोले की फॉर्मूला हुंदा है बी स्केयर माइनस 4ac। तो बी की वैल्यू भरांगे माइनस 3 का स्केयर माइनस 4 गुणा ए की वैल्यू 2 गुणा सी की वैल्यू 4। तो देखो ये हो जाऊगा साडे कोले 9 माइनस 32 और जदों असीं 9 दे विचों 32 घटावांगे तो यह आ जाऊगा साडा माइनस का 23 और माइनस का 23 साडे कोले है सैकेंड ऑप्शन च। तो यह साडा सैकेंड ऑप्शन है जिहड़ा बिल्कुल ठीक होऊगा। नैक्सट है तो देखो साडे कोले इस सम दे विच पुछया गया भी समीकरण दे मूल वास्तविक हुंदे है। असीं दसना भी उहदे मूल वास्तविक कदों हुंदे है जदों डी 0 तो वड्डा यानी प्लस होवे, जदों डी 0 तो छोटा यानी डी माइनस च होवे, या पहला ते दूजा ऑप्शन दोनों, या इन्हां तिन्नां दे विचों कोई भी नहीं। तो देखो जदों आपां कंडीशनां लिखियां सी तो उदों मैं तुहानूं दस्सिया सी कि मूल वास्तविक कदों हुंदे है जदों डी का मुल जां तां प्लस दे विच होवे जां 0 दे बराबर होवे। तो साडे कोले देखो जो पहला ऑप्शन है उहदा मतलब की है डी का मुल प्लस दे विच, इस करके साडा जिहड़ा पहला ऑप्शन है वह बिल्कुल ठीक होऊगा। नैक्सट है तो देखो ये साडे तो पूछा गया दो घाती समीकरण के मूल समान हुंदे है। समान यानी उन्हां दा आंसर है जिहड़ा इक्को जिहा हुंदा है। तो वो किहड़ी कंडीशन है साडे कोले डी प्लस दा होवे, डी माइनस दा होवे, जां डी 0 के बराबर होवे, जां इन्हां तिनों ऑप्शनां दे विचों कोई भी नहीं। तो सानू पता है कि जदों डी की वैल्यू 0 हुंदी है उदों समीकरण के जिहड़े मूल हैगे आ वो दोनों इक्को जिहे हुंदे आ यानी बराबर हुंदे आ। इस करके साडा जिहड़ा तीसरा ऑप्शन है वो ठीक होऊगा। नैक्सट है तो देखो सानू एक आह समीकरण दिती हुई है और दस रखिया है कि जो ये साडे कोले समीकरण है इहदे मूल हैगे आ समान और असीं दसना है कि पी की वैल्यू की होगी। तो सानू पता भी समीकरण के मूल समान कदों हुंदे आ जदों डी की वैल्यू की होवे 0 होवे और डी का फॉर्मूला साडे कोले हुंदा है बी स्केयर माइनस 4ac। हुण देखो इहदे विच साडे कोले ए की वैल्यू हैगी है 4, बी की वैल्यू हैगी आ 8 और सी की वैल्यू हैगी आ माइनस का पी। तो जदों असीं इत्थे भरांगे ये हो जाऊगा 8 स्केयर माइनस
4 गुणा ए की वैल्यू 4 गुणा सी की वैल्यू माइनस पी बराबर 0। 8 का स्केयर ये हो जाऊगा 64, 4 चौके 16, 16 की पी नाल गुणा करांगे 16 पी माइनस माइनस प्लस बराबर 0। प्लस का 64 जो असी इधर शिफ्ट करांगे तो यह साढ़े कोले हो जाऊगा 16 पी बराबर माइनस 64 और पी की वैल्यू साढ़े कोले कितनी आ जूगी माइनस 64 बटा 16। जब इनू कैलकुलेट करांगे तो आ जाऊगा माइनस का 4 और माइनस का 4 है जो साढ़े कोले सैकेंड ऑप्शन च है, इस करके सैकेंड ऑप्शन साडा बिल्कुल ठीक होगा। नैक्सट है तो देखो इस सम दे विच सानू उन्होंने की कहा होया है, दो लगातार जड़ियाँ संख्यावां हैगियां उन्हां दा जिहड़ा जोड़ हैगा 27 ते गुणनफल उन्हां दा हैगा 182। असी दसना भी वो संख्यावां किहड़ियां किहड़ियां होणगियां। तो जे असी पहली ऑप्शन देखते हैं तो यह साडे कोले की है लगातार संख्यावां दोनों ही हैगियां। जे असी इन्हां दा जोड़ देखिए तो 12 दे विच 13 जोड़ांगे तो 25 बनता है, पर सानू की चाहिए लगातार संख्यावां दा जोड़ 27, इस करके यह ऑप्शन तो साडा नहीं हो सकता। उस तो बाद जेकर असी यह देखते हैं 13 ते 14 ये दोनों की है लगातार संख्यावां हैगियां और इन्हां दा जिहड़ा जोड़ हैगा वो भी की बनता साडे कोले 27। हुण असी इन्हां दे गुणा चैक कर लैंदे आ, जे तो 182 बन गया फिर तो साडा ही आंसर ठीक होगा, नहीं तो असी नैक्सट ऑप्शन चैक करांगे। तो देखो जो असी 14 नूं 13 नाल गुणा करांगे तो यह हो जाऊगा साडे कोले इस तरह, फिर उरे 4 1 तो यह साडे कोले हो जाऊगा 2 8 1 यानी 182। इहदा मतलब साडा यह ऑप्शन बिल्कुल ठीक हो जाऊगा। जे असी अगला ऑप्शन देखते हैं तो 11 ते 16 यह साडे कोले लगातार संख्यावां नहीं हैगियां, हालांकि जिहड़ा इन्हां दा जोड़ है वह 27 है जिहड़ा जरूर बनता है, पर सानू क्योंकि लगातार कईयां सी इस करके साडा जिहड़ा सैकेंड ऑप्शन वह ठीक रहेगा। नैक्सट है तो जिमें साडे कोल यह नैक्सट सम है, ये क्या होया राम तो उसके पिता की उम्र का जोड़फल हैगा 45 तो गुणनफल हैगा 350। असी दसना भी दोनों की उम्र है जिहड़ी वो कितनी होगी। जे असी पहला ऑप्शन देखिए तो 20 ते 25 दोनों का जोड़ 45 बन रहा, तो जे असी इन्हां दी गुणा करांगे तो इन्हां दी गुणा साडे कोले आऊगी 500, पर साडे कोले जो गुणा है वो होनी चाहिए 350, इस करके पहला ऑप्शन का साडा ठीक नहीं हो सकता। दूसरा ऑप्शन अगर असी देखिए तो जोड़ इन्हां दा साडे कोले 45 बनता है, पर जे असी इन्हां दी गुणा करांगे तो वो साडे कोले आ जाऊगा 450, ਇਹਦਾ मतलब साडा ये भी ऑप्शन नहीं हो सकता। जे असी थर्ड ऑप्शन देखते हैं तो साडे कोले इन्हां दा जिहड़ा जोड़ है वो 45 बन जूगा और जे असी इन्हां दी गुणा करांगे तो 35 की 10 नाल गुणा करके साडा 350 भी बन जूगा, इस करके साडा जिहड़ा सी ऑप्शन है वह बिल्कुल ठीक होगा। उम्मीद करदा तुहानूं ये सारे MCQs ते कंसैप्ट जिहड़ा चंगी तरह समझ आया होगा। इस वीडियो नूं अपने दोस्तां दे नाल वध तों वध शेयर करो, लाइक करो ते चैनल नूं सबसक्राइब करो। तो मिलते हैं अगली वीडियो दे विच, तद तक लई टेक केयर।